ਇਹ ਮੁਕਾਬਲਾ ਜਿਹੜਾ ਇਸ ਵਾਰ ਹੋਣ ਜਾ ਰਿਹਾ ਹੈ ਅਸਲ ਦੇ ਵਿੱਚ ਜ਼ਮੀਰਾਂ ਦਾ ਮੁਕਾਬਲਾ ਹੋਣ ਜਾ ਰਿਹਾ ਇਹਨਾਂ ਨਾਲ। ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਦਾ ਮਸਲਾ ਹੈ ਨਾ ਜੀ, ਇਹ ਤਾਂ ਜੇ ਅਸਲ ਜੇ ਕਿਸੇ ਨੇ ਉਠਾਇਆ ਹੈ ਤਾਂ ਉਹ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਉਠਾਇਆ ਹੈਗਾ। ਸਿਮਰਜੀਤ ਸਿੰਘ ਮਾਨ ਵਾਸਤੇ ਕਹਿਣ ਦੀ ਜ਼ਰੂਰਤ ਨਹੀਂ ਕਿਸੇ ਨੂੰ ਵੀ ਪੰਥ ਵਾਸਤੇ ਸਿਮਰਜੀਤ ਸਿੰਘ ਮਾਨ ਕੀ ਕਰਦਾ, ਕੀ ਕੁਰਬਾਨੀਆਂ। ਇਹ ਤਾਂ ਉੱਥੇ ਚੁਟਕਲੇ, ਕੋਈ ਚੁਟਕਲੇ ਸੁਣਾ ਕੇ ਆ ਜਾਂਦਾ, ਕੋਈ ਇੱਕ ਦੂਸਰੇ ਤੋਂ ਅਕਾਲੀ ਦਲ ਖੜਾ ਹੁੰਦਾ, ਦੂਸਰੀ ਪਾਰਟੀ ਦਾ ਆਪਸ 'ਚ ਤੂੰਤਬਾਜੀ ਕਰਕੇ ਵਾਪਸ ਆ ਜਾਂਦੇ ਨੇ। ਤੁਸੀਂ ਦੱਸੋ ਪਿਛਲੇ 7 ਸਾਲ ਤੋਂ ਜਿਹੜੇ MP ਨੇ ਇੱਥੋਂ ਆਪਣੇ ਸੰਗਰੂਰ ਤੋਂ ਕੀ ਲੈ ਕੇ ਆਏ ਨੇ ਸੰਗਰੂਰ ਵਾਸਤੇ? ਆਮ ਆਦਮੀ ਪਾਰਟੀ ਹੈ, ਇਹ ਸਾਨੂੰ ਝੂਠੇ ਲਾਰੇ ਲਾ ਕੇ ਆਈ ਸੀਗੀ, ਆਪਦੀ ਕਿਸੇ ਵੀ ਜ਼ਬਾਨ ਤੇ ਇਹ ਖੜੇ ਨਹੀਂ ਹੈਗੇ। ਦੇਖ ਲਿਆ ਆਪਾਂ ਵੀ ਕਾਨੂੰਨ ਦੀ ਕੀ ਸਥਿਤੀ ਹੈਗੀ। ਜਿਹੜੇ ਵਾਅਦੇ ਕੀਤੇ ਗਏ ਸੀ ਉਹਨਾਂ ਨੂੰ ਹੁਣ ਟਾਈਮ ਮੰਗਿਆ ਜਾ ਰਿਹਾ ਜੀ, ਖਜ਼ਾਨੇ 'ਚ ਕੁਛ ਨਹੀਂ ਹੈ। ਇਹ ਪਿਛਲੀਆਂ ਸਰਕਾਰਾਂ ਵੀ ਇਹੀ ਕੁਛ ਕਹਿੰਦੀਆਂ ਦੀਆਂ, ਪਿਛਲੇ ਤੇ ਦੋਸ਼ ਲਾਉਂਦੀਆਂ ਤੀਆਂ, ਹੁਣ ਵਾਲੀਆਂ ਨੇ ਵੀ ਉਹੀ ਕੰਮ ਸ਼ੁਰੂ ਕਰਤਾ। ਸਭ ਤੋਂ ਵੱਡੀ ਗੱਲ ਇੱਕ ਇਹਨਾਂ ਨੇ ਕਿਹਾ ਸੀ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੈ ਉਹ ਅਸੀਂ 24 ਘੰਟੇ ਦੇ ਵਿੱਚ ਹੱਲ ਕਰਾਂਗੇ। ਅੱਜ ਉਹ ਮੁੱਦੇ ਤੇ ਕੋਈ ਗੱਲ ਹੀ ਨਹੀਂ ਹੋ ਰਹੀ। ਤੇ ਇਦੋਂ ਵਧੀਆ, ਇਦੋਂ ਇਮਾਨਦਾਰ, ਜਿਹਤੇ ਕੋਈ ਸ਼ੱਕ ਨਹੀਂ ਕਰ ਸਕਦਾ, ਕੋਈ ਉਮੀਦਵਾਰ ਨਹੀਂ ਸਾਨੂੰ ਮਿਲ ਸਕਦਾ। ਪਰ ਮੈਂ ਮੁਸਲਿਮ ਭਾਈਚਾਰਾ ਸੰਬੰਧਿਤ ਹੋਣ ਦੇ ਨਾਤੇ ਤੇ ਜਿਹੜਾ ਹੰਬਲਾ, ਜਿਹੜਾ ਸਾਡਾ ਹਾਂ ਦਾ ਨਾਰਾ ਸਿਮਰਜੀਤ ਸਿੰਘ ਮਾਨ ਨੇ ਮਾਰਿਆ ਪਿਛਲੇ ਦਿਨਾਂ ਦੇ ਵਿੱਚ, BJP ਪਾਰਟੀ ਵੱਲੋਂ ਸਾਡੇ ਉੱਚ ਨਵੀ ਪੀਰ ਮੁਹੰਮਦ ਸਾਹਿਬ ਤੇ ਟੀਕਾ ਟਿੱਪਣੀ ਕੀਤੀ ਗਈ ਆ, ਉਹਦੇ ਸੰਬੰਧ ਦੇ ਵਿੱਚ ਕੋਈ ਵੀ ਐਸਾ ਲੀਡਰ, ਪੋਲੀਟੀਕਲ ਲੀਡਰ ਕੋਈ ਵੀ ਸਾਡੇ ਨਾਲ ਮੋਢਾ ਲਾ ਕੇ ਜੁੜਿਆ ਨਹੀਂ ਹੈਗਾ ਸਿਵਾਏ ਸਿਮਰਜੀਤ ਸਿੰਘ ਮਾਨ ਤੋਂ ਬਿਨਾਂ। ਪੂਰੀ ਕਾਇਨਾਤ ਸਾਡਾ ਮੁਸਲਿਮ ਭਾਈਚਾਰਾ, ਚਾਹੇ ਤੁਸੀਂ ਮਰੇਕੋਟਲੇ ਪੰਜਾਬ ਦੇ ਵਿੱਚ ਮਰੇਕੋਟਲਾ ਸ਼ਹਿਰ ਦੇ ਵਿੱਚ ਲਾ ਲਓ ਤੁਸੀਂ, ਉੱਥੋਂ ਦੀ ਜਿਹੜੀ ਸਾਡੀ ਮੁਸਲਿਮ ਭਾਈਚਾਰਾ ਸਾਰੀ ਆ ਉਹ ਪੂਰੀ ਦੀ ਪੂਰੀ ਸਿਮਰਜੀਤ ਸਿੰਘ ਮਾਨ ਨੂੰ ਹਮਾਇਤ ਕਰ ਰਹੀ ਹੈ ਜੀ ਇਸ ਵਾਰ ਤਾਂ। ਭਾਈ ਬੜਾ ਵਧੀਆ ਹੰਗਾਰਾ ਮਿਲਿਆ ਲੋਕਾਂ ਵੱਲੋਂ। ਰਵਾਇਤੀ ਪਾਰਟੀਆਂ ਜਿਹੜੇ ਕੱਟੜ ਪਾਰਟੀਆਂ ਦੇ ਪਰਿਵਾਰ ਤੇ ਗਏ, ਉਹਨਾਂ ਦੇ ਅੱਜ ਪੂਰਾ ਜੂਥ ਸਾਡੇ ਨਾਲ ਤੁਰਿਆ ਹੋਇਆ ਹੈਗਾ। ਬਦਲਾਅ ਦੇ ਤੌਰ ਤੇ ਜਿਹੜਾ ਪਿੱਛੇ ਦੇਖਿਆ ਹੈਗਾ ਆਪਾਂ, ਵਿਧਾਨ ਸਭਾ ਚੋਣਾਂ ਹੋਈਆਂ ਤੀਆਂ, ਉਹ ਤੋਂ ਲੋਕ ਅੱਕ ਗਿਆ 6 ਮਹੀਨਿਆਂ 'ਚ। ਦੇਖ ਲਿਆ ਆਪਾਂ ਵੀ ਕਾਨੂੰਨ ਦੀ ਕੀ ਸਥਿਤੀ ਹੈਗੀ। ਜਿਹੜੇ ਵਾਅਦੇ ਕੀਤੇ ਗਏ ਸੀ ਉਹਨਾਂ ਨੂੰ ਹੁਣ ਟਾਈਮ ਮੰਗਿਆ ਜਾ ਰਿਹਾ ਜੀ, ਖਜ਼ਾਨੇ 'ਚ ਕੁਛ ਨਹੀਂ ਹੈ। ਇਹ ਪਿਛਲੀਆਂ ਸਰਕਾਰਾਂ ਵੀ ਇਹੀ ਕੁਛ ਕਹਿੰਦੀਆਂ ਦੀਆਂ, ਪਿਛਲੇ ਤੇ ਦੋਸ਼ ਲਾਉਂਦੀਆਂ ਤੀਆਂ, ਹੁਣ ਵਾਲੀਆਂ ਨੇ ਵੀ ਉਹੀ ਕੰਮ ਸ਼ੁਰੂ ਕਰਤਾ। ਬਦਲਾਅ ਦੀ ਜਿਹੜੀ ਉਮੀਦ ਸੀ, ਹੁਣ ਸਾਨੂੰ ਅਸੀਂ ਪੂਰੀ ਤਰ੍ਹਾਂ ਸਮਰਪਿਤ ਸਾਰੇ ਜਿਹੜੇ ਨੌਜਵਾਨ ਨੇ ਆਪਣੇ ਵੱਲੋਂ ਆਪਣੇ ਆਪ ਘਰਾਂ 'ਚੋਂ ਬਾਹਰ ਆ ਕੇ ਸਾਡੇ ਨਾਲ ਤੁਰ ਰਹੇ ਨੇਗੇ। ਜੇਕਰ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਕਰੀਏ ਤਾਂ ਉਹਨਾਂ ਵੱਲੋਂ ਵੀ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਮੁੱਦਾ ਸ਼੍ਰੋਮਣੀ ਅਕਾਲੀ ਦਲ ਉਠਾ ਰਿਹਾ ਹੈਗਾ, ਤਾਂ ਤੁਸੀਂ ਕਿਵੇਂ ਦੇਖਦੇ ਹੋ ਕਿ ਪਿੰਡਾਂ 'ਚ ਇਸ ਮੁੱਦੇ ਨੂੰ ਲੋਕ ਕਿਸ ਤਰ੍ਹਾਂ ਲੈ ਰਹੇ ਨੇ? ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਦਾ ਮਸਲਾ ਹੈ ਨਾ ਜੀ, ਇਹ ਤਾਂ ਜੇ ਅਸਲ ਜੇ ਕਿਸੇ ਨੇ ਉਠਾਇਆ ਹੈ ਤਾਂ ਉਹ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਉਠਾਇਆ ਹੈਗਾ। ਠੀਕ ਹੈ ਨਾ। ਜਦੋਂ ਇਸ ਤੋਂ ਪਹਿਲਾਂ ਬੀਬੀ ਖਾਲੜਾ ਖੜੇ ਹੁੰਦੇ ਨੇਗੇ ਹੈ ਨਾ ਚੋਣ ਮੈਦਾਨ 'ਚ, ਸਾਰਿਆਂ ਨੂੰ ਪਤਾ ਹੈਗਾ। ਠੀਕ ਹੈ, ਪੂਰੀ ਦਾ ਪੂਰਾ ਅਕਾਲੀ ਦਲ ਨੇ ਡਟ ਕੇ ਉਹਦਾ ਵਿਰੋਧ ਕੀਤਾ। ਉਸ ਦਿਨ ਉਹਨੂੰ ਕਿਉਂ ਨਹੀਂ ਚੁਣ ਕੇ ਭੇਜਿਆ? ਆਪਦਾ ਉਮੀਦਵਾਰ ਬਿਠਾਉਣਾ ਚਾਹੀਦਾ ਸੀ। ਪੰਥ 'ਚ ਇੱਕ ਸੁਨੇਹਾ ਜਾਂਦਾ, ਸਿਮਰਜੀਤ ਸਿੰਘ ਮਾਨ ਵਾਸਤੇ ਕਹਿਣ ਦੀ ਜ਼ਰੂਰਤ ਨਹੀਂ ਕਿਸੇ ਨੂੰ ਵੀ ਪੰਥ ਵਾਸਤੇ ਸਿਮਰਜੀਤ ਸਿੰਘ ਮਾਨ ਕੀ ਕਰਦਾ, ਕੀ ਕੁਰਬਾਨੀਆਂ। ਠੀਕ ਹੈ, ਉਹ ਕੱਲ੍ਹ ਵੀ ਸਾਡੇ ਨਾਲ ਖੜਾ ਸੀ, ਅੱਜ ਵੀ ਪੰਥ ਵਾਸਤੇ ਖੜੇ ਨੇਗੇ ਤੇ ਪੰਥ ਦੀ ਗੱਲ ਕਰਦੇ ਨੇ। ਤੇ ਮੈਂ ਨਹੀਂ ਸਮਝਦਾ ਵੀ ਉਦੋਂ ਵਧੀਆ ਜੇ ਬੀਬੀ ਜਾਂਦੇ ਨੇ, ਜਿਵੇਂ ਇਹਨਾਂ ਨੇ ਬਾਦਲ ਪਰਿਵਾਰ ਨੇ ਕਿਹਾ ਵੀ ਉਹਨਾਂ ਨੂੰ ਚੁਣ ਕੇ ਭੇਜਿਆ ਜਾਵੇ, ਉਹ ਉੱਥੇ ਬੰਦੀ ਸਿੰਘਾਂ ਦੀ ਗੱਲ ਕਰਨਗੇ। ਮਾਨ ਸਾਹਿਬ ਤੋਂ ਵਧੀਆ ਤਰੀਕੇ ਨਾਲ ਗੱਲ ਨਹੀਂ ਰੱਖ ਸਕਦੇ ਇਹ, ਚਾਹੇ ਇਹ ਡਿਬੇਟ ਕਰਾ ਕੇ ਦੇਖ ਲੈਣ ਇਹ ਚੀਜ਼ 'ਤੇ। ਜੇ ਰਵਾਇਤੀ ਪਾਰਟੀਆਂ ਦੀ ਗੱਲ ਕਰੀਏ ਤਾਂ ਰਵਾਇਤੀ ਪਾਰਟੀ ਜਿਹੜੇ ਮੁੱਖ ਮੁੱਦੇ ਨੇ ਲੋਕਾਂ ਦੇ ਵਿੱਚ ਲੈ ਕੇ ਜਾ ਰਹੀਆਂ ਨੇਗੀਆਂ, ਤਾਂ ਤੁਹਾਨੂੰ ਕਿਵੇਂ ਲੱਗਦਾ ਵੀ ਜਿਹੜੀ ਲੋਕ ਸਭਾ ਚੋਣ ਹੈਗੀ ਇਸ ਵਾਰ ਮੁੱਦਿਆਂ 'ਤੇ ਆਧਾਰਿਤ ਹੋਵੇਗੀ, ਜਾਂ ਜਿਸ ਤਰ੍ਹਾਂ ਜਿਵੇਂ ਦੇਖਿਆ ਜਾਂਦਾ ਕਿ ਧਾਰਮਿਕ ਜਿਹੜੀਆਂ ਜਥੇਬੰਦੀਆਂ ਨੇ ਜਾਂ ਅਲੱਗ-ਅਲੱਗ ਪਾਰਟੀਆਂ ਨੇਗੀਆਂ ਉਹ ਅਲੱਗ-ਅਲੱਗ ਤਰ੍ਹਾਂ ਦੇ ਮਸਲੇ ਉਠਾ ਰਹੀਆਂ ਨੇਗੀਆਂ, ਇਹਨਾਂ ਨੂੰ ਕਿਵੇਂ ਦੇਖਦੇ ਹੋ? ਸਾਡਾ ਮੁੱਦਾ ਦੇਖੋ ਮੇਨ ਕੀ ਹੁੰਦਾ ਹੈਗਾ, ਜਿਹੜਾ MP ਦਾ ਉਹ ਇੱਥੋਂ ਦੀਆਂ ਮੁਸ਼ਕਲਾਂ ਨੂੰ ਉੱਥੇ ਜਾ ਕੇ ਰੁਜ਼ਗਾਰ ਦੇ ਵਸੀਲੇ ਪੈਦਾ ਕਰਨੇ। ਠੀਕ ਹੈ, ਇਹਨਾਂ ਨੂੰ ਦੱਸਣਾ ਜਾ ਕੇ। ਇਹਦੇ ਉੱਤੇ ਚੁਟਕਲੇ, ਕੋਈ ਚੁਟਕਲੇ ਸੁਣਾ ਕੇ ਆ ਜਾਂਦਾ, ਕੋਈ ਇੱਕ ਦੂਸਰੇ ਤੋਂ ਅਕਾਲੀ ਦਲ ਖੜਾ ਹੁੰਦਾ, ਦੂਸਰੀ ਪਾਰਟੀ ਦਾ ਆਪਸ 'ਚ ਤੂੰਤਬਾਜੀ ਕਰਕੇ ਵਾਪਸ ਆ ਜਾਂਦੇ ਨੇ। ਤੁਸੀਂ ਦੱਸੋ ਪਿਛਲੇ 7 ਸਾਲ ਤੋਂ ਜਿਹੜੇ MP ਨੇ ਇੱਥੋਂ ਆਪਣੇ ਸੰਗਰੂਰ ਤੋਂ ਕੀ ਲੈ ਕੇ ਆਏ ਨੇ ਸੰਗਰੂਰ ਵਾਸਤੇ? ਨਹੀਂ ਆਇਆ ਨਾ ਕੁਛ। ਠੀਕ ਹੈ ਨਾ, ਕੋਈ ਡਿਵੈਲਪਮੈਂਟ ਹੋਈ ਹੋਵੇ ਇੱਥੇ ਸੰਗਰੂਰ ਦੇ ਵਿੱਚ, ਕੁਛ ਨਹੀਂ ਮਿਲ ਰਿਹਾ। ਦੂਸਰੀ ਗੱਲ ਹੈ ਮੁੱਦਿਆਂ ਦੀ, ਸਭ ਤੋਂ ਵੱਧ ਮਾਨ ਸਾਹਿਬ ਉਠਾ ਰਹੇ ਨੇ। ਦੇਖੋ ਹੁਣ ਅੱਜ ਪੰਜਾਬ ਦਾ ਜੋ ਵੀ ਇੱਥੇ ਬਣਦਾ, ਕੋਈ ਫੈਕਟਰੀਆਂ ਦੇ ਵਿੱਚ ਮਾਲ ਤਿਆਰ ਹੋਇਆ, ਕੋਈ ਸਬਜ਼ੀ ਭਾਜੀ ਹੈ ਸਾਡੀ, ਕਿਸੇ ਤਰ੍ਹਾਂ ਦੀ ਵਪਾਰ ਦੀ ਚੀਜ਼ ਹੈ, ਪਾਕਿਸਤਾਨ ਨਾਲ ਲੈਣ ਦੇਣ ਤਾਂ ਸਾਡਾ ਚੱਲ ਹੀ ਰਿਹਾ। ਇਹ ਕਹਿੰਦੇ ਨੇ ਕਿਉਂ ਨਾ ਬਾਰਡਰ ਖੋਲ੍ਹ ਦਿੱਤਾ ਜਾਵੇ, ਇੱਥੋਂ ਦੇ ਵਪਾਰੀ ਨੂੰ, ਇੱਥੋਂ ਦੇ ਮਜ਼ਦੂਰ ਨੂੰ, ਹੈ ਨਾ, ਵਿਦਿਆਰਥੀਆਂ ਨੂੰ, ਸਭ ਨੂੰ ਰੁਜ਼ਗਾਰ ਮਿਲੂਗਾ ਜੇ ਉਹ ਬਾਰਡਰ ਖੁੱਲ੍ਹਦਾ। ਕਿੱਥੇ ਉਰੋਂ ਸਾਰਾ ਸਮਾਨ ਪਹਿਲਾਂ ਬੰਦਰਗਾਹ 'ਤੇ ਜਾਂਦਾ, ਬੰਬੇ ਵੱਲ ਜਾਂਦਾ, ਕਿੱਥੇ ਉਹ ਖਰਚਾ ਜਿਹੜਾ ਬਚੇ, ਵਪਾਰੀ ਵਰਗ ਨੂੰ ਵੀ ਫਾਇਦਾ ਹੋਵੇ, ਵੇਅਰ ਹਾਊਸ ਇੱਥੇ ਖੁੱਲ੍ਹਣ, ਕਿੰਨਾ ਰੁਜ਼ਗਾਰ ਪੈਦਾ ਹੋਊਗਾ ਜੀ।
ਕਿੰਨਾ ਕੰਮ ਚੱਲੂਗਾ ਜੀ, ਹੈ ਨਾ। ਕੋਈ ਟਰਾਂਸਪੋਰਟ ਵਾਲਾ ਦੇਖੋ ਕਿੰਨਾ ਕੰਮ ਵਧਣਾ ਹੈਗਾ। ਕਿੱਥੇ ਉਰੋਂ ਗੱਡੀਆਂ 'ਚ ਲੋਡ ਕਰਕੇ ਪਹਿਲਾਂ ਬੰਬੇ ਜਾਂਦਾ, ਉੱਥੋਂ ਫਿਰ ਬੰਦਰਗਾਹ ਰਾਹੀਂ ਜਾਂਦਾ। ਕਿੱਥੇ ਆਪਾਂ ਡਾਇਰੈਕਟ ਬਾਰਡਰ ਖੋਲ੍ਹਿਆ ਜਾਵੇ। ਦੇਖੋ ਇਹ ਵਪਾਰੀਆਂ ਦਾ ਮੁੱਦਾ ਚੱਕਦਾ ਹੈ ਸਰਦਾਰ ਮਾਨ, ਠੀਕ ਹੈ। ਦੂਸਰੀ ਗੱਲ ਹੁਣ ਮਜ਼ਦੂਰ ਵਰਗ ਤੇ ਦੇਖ ਲਓ ਆਪਾਂ, ਜਿਹੜੇ ਸਿਹਤ ਕਾਰਡ ਚੱਲ ਰਹੇ ਨੇ ਹਸਪੀਟਲਾਂ ਦੇ ਵਿੱਚ ਉਹ ਬੰਦ ਕਰ ਦਿੱਤੇ ਗਏ। ਉਹ 'ਤੇ ਕੋਈ ਵੀ MLA ਕੋਈ ਵੀ MP ਕੋਈ ਜਵਾਬਦੇਹ ਨਹੀਂ ਹੈਗਾ। ਲੋਕ ਹਸਪਤਾਲਾਂ ਦੇ ਵਿੱਚ ਖੱਜਲ ਖੁਆਰ ਹੋ ਰਹੇ ਨੇ, ਉਹ ਕਾਰਡ ਲੈ ਕੇ ਜਾਂਦੇ ਨੇ, ਉਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਵੀ ਇਹ ਤਾਂ ਚੱਲਦਾ ਨਹੀਂ ਜੀ, ਸਰਕਾਰ ਨੇ ਬੰਦ ਕਰਤਾ। ਤੇ ਸਰਕਾਰ ਦੀ ਕੋਈ ਜਵਾਬਦੇਹੀ ਆਈ ਹੈ ਤੇ ਨਹੀਂ ਆਈ ਜੀ, ਕੋਈ ਜਵਾਬਦੇਹੀ ਨਹੀਂ ਹੈਗੀ। ਤੇ ਅਗਲੀ ਗੱਲ ਨਰੇਗਾ ਵਾਲੇ ਆ ਜਾਂ ਹੋਰ ਹੈ, ਉਹ 'ਤੇ ਵੀ ਹੁਣ ਮਜ਼ਦੂਰ ਵਰਗ ਉੱਥੇ ਬੀਬੀਆਂ ਵਿਚਾਰੀਆਂ ਕੰਮ ਕਰਦੀਆਂ ਨੇ, ਸਾਰਾ ਦਿਨ ਧੁੱਪ 'ਚ ਮਰਦੀਆਂ ਨੇ, ਤੇ ਇਹਨਾਂ ਦੇ ਜਿੱਦੇ ਫੰਡ ਆਉਣਾ ਹੁੰਦਾ, ਪੈਸਾ ਆਉਣਾ ਹੁੰਦਾ ਹੈਗਾ। ਹੁਣ ਪੰਚਾਇਤ ਦਾ ਕੰਮ ਹੁੰਦਾ ਉਹਨਾਂ ਨੂੰ ਕੋਈ ਰੁਜ਼ਗਾਰ ਦੇਣਾ, ਕੰਮ ਦੇਣਾ, ਤੇ ਪੈਸੇ ਤਾਂ ਗਵਰਨਮੈਂਟ ਨੇ ਪਾਉਣੇ ਨੇ, ਪੰਜਾਬ ਸਰਕਾਰ ਨੇ ਪਾਉਣੇ ਨੇ। ਉਹ 'ਤੇ ਕੋਈ ਨਹੀਂ, ਆਪਾਂ ਦੇਖੋ ਜਾ ਕੇ DC ਦਫ਼ਤਰਾਂ ਅੱਗੇ ਧਰਨੇ ਲੱਗ ਰਹੇ ਨੇ, ਉਹਨਾਂ ਦੇ ਪੈਸੇ ਨਹੀਂ ਪੈ ਰਹੇ, ਠੀਕ ਹੈ। ਲੋਕਾਂ ਦੇ ਵਿੱਚ ਤੁਸੀਂ ਜਾ ਰਹੇ ਹੋ, ਪਿੰਡ ਦੇ ਵਿੱਚ ਲੋਕਾਂ ਦਾ ਕਿਸ ਤਰ੍ਹਾਂ ਦਾ ਰਿਸਪੌਂਸ ਹੈ? ਬੜਾ ਵਧੀਆ ਰਿਸਪੌਂਸ ਮਿਲ ਰਿਹਾ ਜੀ, ਸਾਰਾ ਯੂਥ ਸਾਡੇ ਨਾਲ ਤੁਰ ਰਿਹਾ। ਪਹਿਲਾਂ ਜਮਾਨਾ ਹੁੰਦਾ ਸੀਗਾ ਵੀ ਜਿੱਥੇ ਬਜ਼ੁਰਗ ਤੁਰਦੇ ਸੀਗੇ ਉੱਥੇ ਸਾਰਾ ਪਰਿਵਾਰ ਵੋਟ ਪਾ ਦਿੰਦਾ ਸੀ। ਅੱਜ ਜਦੋਂ ਯੂਥ ਤੁਰਦਾ ਨਾਲ, ਯੂਥ ਦੇ ਨਾਲ ਪਰਿਵਾਰ ਖੜਦਾ। ਲੱਗਦਾ ਜੇਕਰ ਸਿਮਰਜੀਤ ਮਾਨ ਲੋਕ ਸਭਾ ਦੇ ਵਿੱਚ ਜਾਂਦੇ ਆ ਤਾਂ ਲੋਕਾਂ ਦੇ ਜਿਹੜੇ ਮਸਲੇ ਨੇਗੇ ਹੱਲ ਹੋਣਗੇ? ਬਾਈ ਜੀ ਲੋਕਾਂ ਦੇ ਮਸਲੇ, ਪ੍ਰੈਸ਼ਰ ਹੀ ਲੋਕਾਂ ਦਾ ਇੰਨਾ ਹੋ ਜਾਂਦਾ, ਬਾਕੀ ਉਹ ਤਾਂ ਮਸਲੇ ਸ਼ੁਰੂ ਤੋਂ ਉਠਾਉਂਦੇ ਆ ਰਹੇ ਨੇ। ਹੁਣ ਸਾਨੂੰ ਨੌਜਵਾਨੀ ਦਾ ਜਿਹੜਾ ਸਾਥ ਮਿਲਿਆ, ਦੇਖੋ ਬਾਈ ਦੀਪ ਸਿੱਧੂ, ਉਹਨਾਂ ਨੇ ਬੜਾ ਹਰ ਇੱਕ ਦੇ ਮੋਬਾਈਲ ਦੇ ਵਿੱਚ ਉਹ ਤੁਹਾਨੂੰ ਮਿਲਣਗੇ, ਠੀਕ ਹੈ। ਹਰ ਇੱਕ ਦੇ ਮੋਟਰਸਾਈਕਲ ਦੇ ਟਰੈਕਟਰ ਤੇ ਉਹਨਾਂ ਦੀ ਫੋਟੋ ਮਿਲੂਗੀ। ਉਹ ਯੂਥ ਆਈ ਕੌਣ ਹੋ ਨਿਬੜੇ ਸਾਡੇ ਲਈ, ਹੈ ਨਾ। ਬੜਾ ਉਹਨਾਂ ਨੇ ਪੰਥ ਲਈ ਹਮਲਾ ਮਾਰਿਆ। ਮਾਨ ਸਾਹਿਬ ਦੀਆਂ ਚੋਣਾਂ 'ਚ ਪਿਛਲੀਆਂ 'ਚ ਆਪਾਂ ਦੇਖਿਆ ਹੈਗਾ ਵੀ ਕਿਸ ਤਰ੍ਹਾਂ ਉਹਨਾਂ ਨੇ ਪ੍ਰਚਾਰ ਕੀਤਾ, ਉਹ ਤੋਂ ਪ੍ਰਭਾਵਿਤ ਹੋਏ ਲੋਕ, ਪ੍ਰਭਾਵਿਤ ਹੋ ਕੇ, ਕਿਉਂਕਿ ਨਵੀਂ ਜਨਰੇਸ਼ਨ ਇਹ ਚੀਜ਼ਾਂ ਚਾਹੁੰਦੀ ਹੈ ਕਿ ਉਹਨਾਂ ਨਾਲ ਖੁੱਲ੍ਹ ਕੇ ਗੱਲ ਕੀਤੀ ਜਾਵੇ, ਖੁੱਲ੍ਹ ਕੇ ਵਿਚਰਿਆ ਜਾਵੇ। ਤੇ ਬੜਾ ਸਪਸ਼ਟ ਹੈ ਸਾਡਾ ਮੁੱਦਾ, ਪੰਥ ਦੀ ਵੀ ਗੱਲ ਹੋਊਗੀ, ਮਜ਼ਦੂਰ ਵਰਗ ਦੀ ਵੀ, ਵਪਾਰੀ ਦੀ ਵੀ ਗੱਲ ਹੋਊਗੀ। ਤੇ ਇਦੋਂ ਵਧੀਆ, ਇਦੋਂ ਇਮਾਨਦਾਰ, ਜਿਹਤੇ ਕੋਈ ਸ਼ੱਕ ਨਹੀਂ ਕਰ ਸਕਦਾ, ਕੋਈ ਉਮੀਦਵਾਰ ਨਹੀਂ ਸਾਨੂੰ ਮਿਲ ਸਕਦਾ। ਸਰਦਾਰ ਮਾਨ ਹੀ ਬੈਸਟ ਨੇ ਇੱਥੋਂ। ਸਲੀਮ ਖਾਨ ਜੀ, ਤੁਸੀਂ ਸਿਮਰਜੀਤ ਮਾਨ ਦਾ ਪਿੰਡ ਦੇ ਵਿੱਚ ਪ੍ਰਚਾਰ ਕਰ ਰਹੇ ਹੋ, ਕੀ ਕਾਰਨ ਹੈ ਵੀ ਜਿਹੜਾ ਆਪ ਮੁਹਾਰੇ ਨੌਜਵਾਨ ਨੇ ਪਿੰਡਾਂ ਦੇ ਵਿੱਚ ਉਹਨਾਂ ਦਾ ਪ੍ਰਚਾਰ ਕਰ ਰਹੇ ਨੇ? ਸਭ ਨੂੰ ਪਹਿਲੀ ਗੱਲ ਤਾਂ ਇਹ ਹੈ ਜੀ, ਅਸੀਂ ਸਿਮਰਜੀਤ ਸਿੰਘ ਮਾਨ ਨੂੰ ਬਾਅਦ ਦੇ ਵਿੱਚ ਤੇ ਪਹਿਲਾਂ ਬਾਈ ਦੀਪ ਸਿੱਧੂ ਤੋਂ ਪ੍ਰਭਾਵਿਤ ਹੋ ਕੇ ਇਸ ਸੰਸਥਾ ਨਾਲ, ਇਸ ਪਾਰਟੀ ਨਾਲ ਜੁੜੇ ਹੋਏ ਹਾਂ ਜੀ। ਦੂਜੀ ਰਹੀ ਗੱਲ ਆ ਜਿਮਨੀ ਚੋਣ ਦੀ ਹੈ ਜਿਹੜੀ, ਜਿਹਦੇ ਵਿੱਚ ਸਿਮਰਜੀਤ ਸਿੰਘ ਮਾਨ ਜੀ ਉਮੀਦਵਾਰ ਨੇਗੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜੀ। ਇਹਨਾਂ ਦਾ ਸਾਨੂੰ ਬਹੁਤ ਵੱਡਾ ਸਾਥ ਮਿਲੇ ਰਿਹਾ ਜੀ। ਮੈਂ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਰੱਖਦਾ ਗਾ ਜੀ, ਪਰ ਮੈਂ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਹੋਣ ਦੇ ਨਾਤੇ ਤੇ ਜਿਹੜਾ ਹੰਬਲਾ, ਜਿਹੜਾ ਸਾਡਾ ਹਾਂ ਦਾ ਨਾਰਾ ਸਿਮਰਜੀਤ ਸਿੰਘ ਮਾਨ ਨੇ ਮਾਰਿਆ ਪਿਛਲੇ ਦਿਨਾਂ ਦੇ ਵਿੱਚ, BJP ਪਾਰਟੀ ਵੱਲੋਂ ਸਾਡੇ ਉੱਚ ਨਵੀ ਪੀਰ ਮੁਹੰਮਦ ਸਾਹਿਬ ਤੇ ਟੀਕਾ ਟਿੱਪਣੀ ਕੀਤੀ ਗਈ ਆ, ਉਹਦੇ ਬਾਬਤ ਪੂਰੇ ਵਰਲਡ ਦੇ ਵਿੱਚ ਬਹੁਤ ਵੱਡਾ ਭਾਰੀ ਰੋਸ ਪੈਦਾ ਹੋ ਰਿਹਾ ਜੀ। ਉਹਦੇ ਸੰਬੰਧ ਦੇ ਵਿੱਚ ਕੋਈ ਵੀ ਐਸਾ ਲੀਡਰ, ਪੋਲੀਟੀਕਲ ਲੀਡਰ ਕੋਈ ਵੀ ਸਾਡੇ ਨਾਲ ਮੋਢਾ ਲਾ ਕੇ ਜੁੜਿਆ ਨਹੀਂ ਹੈਗਾ, ਸਿਵਾਏ ਸਿਮਰਜੀਤ ਸਿੰਘ ਮਾਨ ਤੋਂ ਬਿਨਾਂ। ਇਸ ਲਈ ਮੈਂ ਜੀ ਪਿੰਡ ਲੈਵਲ ਤੇ ਵੀ ਤੇ ਹੋਰ ਵੀ ਆਪਦੇ ਰਿਸ਼ਤੇਦਾਰ ਭਾਈਚਾਰਿਆਂ ਨੂੰ ਸੁਨੇਹਾ ਦਿੰਨਾਗਾ ਵੀ ਜਿਹੜਾ ਵੀ ਸਾਡਾ ਇਸਲਾਮ ਧਾਰਮਿਕ ਮਤਲਬ ਜੋ ਵੀ ਸਾਡਾ ਨਾਲ ਜੁੜਿਆ ਹੋਇਆ ਇਸਲਾਮਿਕ ਬੰਦਾ ਹੈਗਾ, ਉਹ ਕਿਰਪਾ ਕਰਕੇ ਪਲੀਜ਼ ਹੱਥ ਬੰਨ੍ਹ ਕੇ ਬੇਨਤੀ ਆ, ਇਸ ਨਾਲ ਜ਼ਰੂਰ ਤੁਰੋ। ਜੇਕਰ ਗੱਲ ਸੰਗਰੂਰ ਦੀ ਲੋਕ ਸਭਾ ਚੋਣ ਦੀ ਗੱਲ ਕਰੀਏ ਤਾਂ ਇੱਥੇ ਬਹੁਤ ਵੱਡੀ ਗਿਣਤੀ ਜਿਹੜੀ ਨੌਨ ਸਿੱਖ ਆਬਾਦੀ ਵੀ ਹੈਗੀ। ਤੁਹਾਨੂੰ ਕਿਵੇਂ ਲੱਗਦਾ ਵੀ ਜਿਹੜੇ ਸਿਮਰਜੀਤ ਮਾਨ ਨੇ ਲੋਕਾਂ ਦੀ ਮੁੱਦਿਆਂ ਦੀ ਗੱਲ ਕਰ ਰਹੇ ਨੇ ਵੀ ਜਿਹੜੀ ਉਹ ਵੱਡੀ ਇੱਕ ਕਮਿਊਨਿਟੀ ਅਲੱਗ ਤਰ੍ਹਾਂ ਦੀ ਹੈਗੀ, ਉਹਨਾਂ ਦੇ ਮੁੱਦੇ ਵੀ ਉਠਾਉਣਗੇ? ਹਾਂਜੀ ਬਿਲਕੁਲ ਜ਼ਰੂਰ, ਕਿਉਂ ਨਹੀਂ ਉਠਾਉਣਗੇ। ਅਸਲ ਵਿੱਚ ਇਹ ਅੱਜ ਤੋਂ ਨਹੀਂ ਮੁੱਦੇ ਉਠਾ ਰਹੇ ਹੈਗੇ, ਪਹਿਲਾਂ ਤੋਂ ਵੀ ਸਾਡੇ ਨਾਲ ਇਹ ਜੁੜੇ ਹੋਏ ਹੈਗੇ। ਕੋਈ ਅੱਜ ਦਾ ਨਹੀਂ ਹੈਗਾ। ਇਹ ਸਿਮਰਜੀਤ ਸਿੰਘ ਮਾਨ ਕੋਈ ਪੋਲੀਟੀਕਲ ਲੀਡਰ ਹੋਣ ਦੇ ਬਾਵਜੂਦ ਵੀ ਅੱਜ ਉਹ ਵੋਟਾਂ ਕਰਕੇ ਹੀ ਸਾਡੇ ਨਾਲ ਖੜੇ ਆ। ਅੱਜ ਤੋਂ ਨਹੀਂ ਖੜੇ ਹੈਗੇ, ਅਸੀਂ ਉਹਨੂੰ ਪਹਿਲਾਂ ਨੂੰ ਬੈਕਗਰਾਊਂਡ ਦੇ ਵਿੱਚ ਵੀ ਦੇਖਿਆ ਹੈਗਾ, ਪਿਛਲੇ ਸਦੀਆਂ ਮਤਲਬ ਪਿਛਲੇ ਸਾਲਾਂ ਤੋਂ ਵੀ ਦੇਖ ਰਹੇ ਹਾਂਗੇ। ਸਾਡੇ ਨਾਲ ਮੋਢਾ ਲਾ ਕੇ ਜੁੜ ਰਹੇ ਨੇ ਜੀ। ਪੂਰੀ ਕਾਇਨਾਤ ਸਾਡਾ ਮੁਸਲਿਮ ਭਾਈਚਾਰਾ, ਸਾਡੀ ਮੁਸਲਿਮ ਫੈਡਰੇਸ਼ਨ ਪਾਕਿਸਤਾਨ ਦੇ ਵਿੱਚ, ਚਾਹੇ ਤੁਸੀਂ ਮਰੇਕੋਟਲੇ ਪੰਜਾਬ ਦੇ ਵਿੱਚ ਮਰੇਕੋਟਲਾ ਸ਼ਹਿਰ ਦੇ ਵਿੱਚ ਲਾ ਲਓ ਤੁਸੀਂ, ਜਿਹੜਾ ਸਾਡਾ ਕਿ ਗੜ੍ਹ ਮੰਨਿਆ ਜਾਂਦਾ ਹੈਗਾ, ਉੱਥੋਂ ਦੀ ਜਿਹੜੀ ਸਾਡੀ ਮੁਸਲਿਮ ਭਾਈਚਾਰਾ ਸਾਰੀ ਆ, ਉਹ ਪੂਰੀ ਦੀ ਪੂਰੀ ਸਿਮਰਜੀਤ ਸਿੰਘ ਮਾਨ ਨੂੰ ਹਮਾਇਤ ਕਰ ਰਹੀ ਹੈ ਜੀ ਇਸ ਵਾਰ ਤਾਂ। ਕਿਵੇਂ ਦੇਖਦੇ ਹੋ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਹ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਲੈ ਕੇ ਲੋਕ ਸਭਾ ਚੋਣ ਲੜ ਰਹੀ ਹੈ, ਤੇ ਦੂਜੇ ਪਾਸੇ BJP ਦੀ ਜੇਕਰ ਗੱਲ ਕਰੀ ਜਾਵੇ, BJP ਇੰਟਰਨੈਸ਼ਨਲ 에ਅਰਪੋਰਟ ਸੰਗਰੂਰ ਦੇ ਵਿੱਚ ਲੈ ਕੇ ਆਉਣ ਦਾ ਜਿਹੜਾ ਵੱਡਾ ਵਾਅਦਾ ਲੋਕਾਂ ਨਾਲ ਕਰ ਰਹੀ ਹੈ। ਇਸੇ ਤਰ੍ਹਾਂ ਕਾਂਗਰਸ ਵੀ ਜਿਹੜੇ ਲੋਕ ਮੁੱਦੇ ਨੇਗੇ ਲੋਕਾਂ ਦੇ ਵਿੱਚ ਲੈ ਕੇ ਆ ਰਹੀ ਹੈ। ਤਾਂ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜੇ ਸਿਮਰਜੀਤ ਮਾਨ ਨੇ ਕਿਹੜੇ ਮੁੱਦਿਆਂ ਤੇ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਜਾ ਰਹੇ ਹੋ, ਤੁਹਾਨੂੰ ਲੱਗਦਾ ਵੀ ਉਹ ਇਹ ਮੁੱਦੇ ਹੱਲ ਕਰ ਪਾਉਣਗੇ? ਦੇਖੋ, ਜੋ ਹਰੇਕ ਪਾਰਟੀਆਂ ਨੇ ਜੀ, ਚਾਹੇ ਉਹ ਕੇਵਲ ਸਿੰਘ ਢਿੱਲੋਂ ਨੇ, ਉਹ BJP ਵੱਲੋਂ ਭਾਜਪਾ ਵੱਲੋਂ ਉਮੀਦਵਾਰ ਨੇ, ਉਹਨਾਂ ਨੇ ਮਤਲਬ ਆਪਣੀ ਚੋਣ ਦੇ ਵਿੱਚ ਰੱਖਿਆ ਗਾ ਕਿ ਮੈਂ ਇੱਥੇ ਇੰਟਰਨੈਸ਼ਨਲ ਹਵਾਈ 에ਅਰਪੋਰਟ ਲੈ ਕੇ ਆਉਣਾ ਗਾ। ਚਲੋ, ਇੱਕ ਚੋਣਾਂ ਦੇ ਬਾਬਤ ਹਰੇਕ ਮਤਲਬ ਪੋਲੀਟੀਕਲ ਲੀਡਰ ਹੈਗਾ, ਉਹ ਆਪਣੀਆਂ ਮਤਲਬ ਪੱਖ ਰੱਖਦਾ ਹੈਗਾ ਕਿ ਮੈਂ ਜਨਤਾ ਵਾਸਤੇ ਆਹ ਕੁਛ ਲੈ ਕੇ ਆਹ ਕੁਛ ਲੈ ਕੇ ਆਉਣਾ। ਪਰ ਅਸੀਂ ਬਾਈ ਜੀ ਇਹ 70 ਸਾਲਾਂ ਤੋਂ ਇਹੀ ਕੁਛ ਦੇਖਦੇ ਆ ਰਹੇ ਹਾਂਗੇ
ਕਿਸੇ ਨੇ ਕੁਝ ਨਹੀਂ ਕਰਨਾ। ਅਸੀਂ ਭੋਲੇ ਭਾਲੇ ਲੋਕਾਂ ਗੱਲਾਂ ਦੇ ਵਿੱਚ ਝਾਂਸੇ ਦੇ ਵਿੱਚ ਆ ਕੇ ਉਹਨਾਂ ਦੇ ਮਾਂਗਰ ਲੱਗ ਕੇ ਅਸੀਂ ਵੋਟ ਦਾ ਜਿਹੜਾ ਆਪਦਾ ਮਤਲਬ ਕੀਮਤੀ ਵੋਟ ਆ ਗਈ ਇੱਕ ਆਮ ਬੰਦੇ ਨੂੰ ਮਤਲਬ ਉਹਦੀ ਝਾਂਸੇ ਦੇ ਵਿੱਚ ਆ ਕੇ ਅਸੀਂ ਵੋਟ ਪਾ ਦਿੰਦੇ ਹਾਂ। ਪਰ ਬਾਈ ਜੀ ਇਸ ਵਾਰ ਤਾਂ ਤੁਸੀਂ ਦੇਖ ਰਹੇ ਹੋ ਜਿਮਨੀ ਚੋਣ ਦੇ ਵਿੱਚ ਮਤਲਬ ਜਿਹੜਾ ਆਪਾਂ ਕਹਿ ਦਈਏ ਮੁਕਾਬਲਾ ਹੀ ਬੜਾ ਰੋਮਾਂਚਕ ਬਣਿਆ ਹੋਇਆ ਹੈਗਾ ਜੀ। ਕੀ ਨਾਮ ਹੈ ਵੀਰੇ? ਕੁਲਦੀਪ ਸਿੰਘ ਜੀ। ਕੁਲਦੀਪ ਸਿੰਘ, ਤੁਸੀਂ ਪਿੰਡ ਦੇ ਵਿੱਚ ਸਿਮਰਜੀਤ ਮਾਨ ਦਾ ਪ੍ਰਚਾਰ ਕਰ ਰਹੇ ਹੋ, ਕਿਵੇਂ ਦੇਖ ਰਹੇ ਹੋ ਕਿ ਜੇਕਰ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਨੂੰ ਵੱਡੇ ਮੈਂਡੇਟ ਨਾਲ ਲੋਕਾਂ ਨੇ ਵਿਧਾਨ ਸਭਾ ਦੇ ਵਿੱਚ ਭੇਜਿਆ। 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਲੋਕ ਸਭਾ ਦੇ ਵਿੱਚ ਸੰਗਰੂਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ, ਤਾਂ ਮੁਕਾਬਲਾ ਕਿਸ ਤਰ੍ਹਾਂ ਦੇਖ ਰਹੇ ਹੋ ਸਿਮਰਜੀਤ ਮਾਨ ਦਾ? ਇਹ ਮੁਕਾਬਲਾ ਜਿਹੜਾ ਇਸ ਵਾਰ ਹੋਣ ਜਾ ਰਿਹਾ ਹੈ, ਇਹ ਅਸਲ ਦੇ ਵਿੱਚ ਜ਼ਮੀਰਾਂ ਦਾ ਮੁਕਾਬਲਾ ਹੋਣ ਜਾ ਰਿਹਾ ਇਹਨਾਂ ਨਾਲ। ਜਿਹੜੀ ਇਹ ਆਮ ਆਦਮੀ ਪਾਰਟੀ ਹੈ, ਇਹ ਸਾਨੂੰ ਝੂਠੇ ਲਾਰੇ ਲਾ ਕੇ ਆਈ ਸੀਗੀ, ਆਪਦੀ ਕਿਸੇ ਵੀ ਜ਼ਬਾਨ ਤੇ ਇਹ ਖੜੇ ਨਹੀਂ ਹੈਗੇ। ਦੇਖੋ ਜਿਹੜਾ ਵੀ ਕੋਈ ਮੁੱਦਾ ਸੀਗਾ ਬੇਰੁਜ਼ਗਾਰੀ ਦਾ ਸੀਗਾ, ਅਸੀਂ 30,000 ਕਰਮਚਾਰੀ ਪੱਕੇ ਕਰਾਂਗੇ, ਜਿਹੜਾ ਸੀਗਾ ਉਹ ਮੁੱਦਾ ਉੱਦਾਂ ਦਾ ਉੱਦਾਂ ਹੀ ਲਟਕ ਰਿਹਾ। ਕੋਈ ਵੀ ਹੋਰ ਵੀ ਲਾ ਲਓ, ਬਿਜਲੀ ਮਾਫੀ ਦਾ ਸੀਗਾ, ਉਹ ਵੀ ਅੱਗੇ ਦੀ ਅੱਗੇ ਨੈਕਸਟ ਟੂ ਨੈਕਸਟ ਕਰੀ ਜਾਂਦੇ ਆ। ਫਿਰ ਜਿਹੜਾ ਕੋਈ ਲੇਡੀਜ਼ ਨਾਲ ਵਾਅਦਾ ਕੀਤਾ ਗਿਆ ਸੀਗਾ ਵੀ 1000 ਰੁਪਏ ਦੇਵਾਂਗੇ, ਉਹ ਵੀ ਇਹਨਾਂ ਨੇ ਕੋਈ ਮੁੱਦਾ ਨਹੀਂ ਚੱਕਿਆ। ਸਭ ਤੋਂ ਵੱਡੀ ਗੱਲ ਇੱਕ ਇਹਨਾਂ ਨੇ ਕਿਹਾ ਸੀ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੈ ਉਹ ਅਸੀਂ 24 ਘੰਟੇ ਦੇ ਵਿੱਚ ਹੱਲ ਕਰਾਂਗੇ। ਅੱਜ ਉਹ ਮੁੱਦੇ ਤੇ ਕੋਈ ਗੱਲ ਹੀ ਨਹੀਂ ਹੋ ਰਹੀ। ਅੱਜ ਉੱਥੇ ਦਾ ਸਾਰਾ ਫੈਸਲਾ ਉੱਥੇ ਹੀ ਮੁੱਦੇ ਉੱਥੇ ਹੀ ਲਟਕ ਰਹੇ ਨੇ। ਵੱਡੀ ਗਿਣਤੀ ਨੌਜਵਾਨ ਨੇ ਜਿਹੜੇ ਸਿਮਰਜੀਤ ਮਾਨ ਦਾ ਪਿੰਡਾਂ ਦੇ ਵਿੱਚ ਪ੍ਰਚਾਰ ਕਰ ਰਹੇ ਨੇ। ਨੌਜਵਾਨਾਂ ਦੇ ਵਿੱਚ ਕੀ ਰੁਝਾਨ ਹੈਗਾ ਵੀ ਕਿਹੜਾ ਜਿਹੜਾ ਉਮੀਦਵਾਰ ਹੈਗਾ ਉਹਨਾਂ ਦੇ ਜਿਹੜੇ ਖੁਦ ਦੇ ਮਸਲੇ ਨੂੰ ਹੱਲ ਕਰ ਪਾਵੇ? ਦੇਖੋ ਇਸ ਵਾਰ ਨੌਜਵਾਨਾਂ ਨੇ ਸਾਰੇ ਹੀ ਜਿਹੜੇ ਰਵਾਇਤੀ ਪਾਰਟੀਆਂ ਨੂੰ ਵਰਤ ਕੇ ਦੇਖ ਚੁੱਕੀਆਂ ਨੇ, ਤਾਂ ਇੱਕੋ ਇੱਕ ਉਮੀਦ ਬਚਦੀ ਹੈ ਉਹਨਾਂ ਕੋਲ, ਸਿਮਰਜੀਤ ਸਿੰਘ ਮਾਨ, ਜਿਹੜੇ ਹਮੇਸ਼ਾ ਘੱਟ ਵਰਗ ਲਈ, ਸਿੱਖ ਪੰਥ ਲਈ ਹਰ ਇੱਕ ਦੇ ਨਾਲ ਮੋਢੇ ਤੇ ਮੋਢਾ ਲਾ ਕੇ ਖੜਦੇ ਰਹੇ ਨੇ। ਚਾਹੇ ਉਹ ਕੋਈ ਸਾਡਾ SC ਕੈਟਾਗਰੀ ਦਾ ਹੋਵੇ, ਚਾਹੇ ਕੋਈ ਜਰਨਲ ਦਾ ਮੁੱਦਾ ਹੋਵੇ, ਚਾਹੇ ਕੋਈ ਪੰਥ ਪ੍ਰਤੀ ਹੋਵੇ, ਈਵਨ ਤੱਕ ਕਿ ਕੋਈ ਜੇ ਹਿੰਦੂ ਧਰਮ ਦਾ ਵੀ ਕੋਈ ਮੁੱਦਾ ਆਉਂਦਾ ਹੈ, ਕੋਈ ਵੀ ਉਹਨਾਂ ਨਾਲ ਕੋਈ ਧੱਕਾ ਹੁੰਦਾ ਤਾਂ ਸਾਡੇ ਸਿਮਰਜੀਤ ਮਾਨ ਸਾਹਿਬ ਉੱਥੇ ਖੜਦੇ ਆ, ਹਰ ਇੱਕ ਨੌਜਵਾਨ ਨਾਲ, ਹਰ ਇੱਕ ਧਰਮ ਨਾਲ। ਜੇਕਰ ਹਿੰਦੂ ਕਮਿਊਨਿਟੀ ਦੀ ਗੱਲ ਕਰੀਏ ਤਾਂ ਵੱਡੀ ਕਮਿਊਨਿਟੀ ਦੇ ਵਿੱਚ ਇਹ ਵੀ ਰੋਸ ਪਾਇਆ ਜਾਂਦਾ ਕਿ ਜਦੋਂ ਵੱਡੇ ਪੱਧਰ ਤੇ ਖਾਲਿਸਤਾਨ ਦੀ ਗੱਲ ਹੁੰਦੀ ਹੈ ਤਾਂ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਇੱਕ ਡਰ ਦਾ ਜਿਹੜਾ ਮਹਿਸੂਸ ਹੁੰਦਾ। ਤੁਹਾਨੂੰ ਲੱਗਦਾ ਹੈਗਾ ਵੀ ਇਸ ਚੀਜ਼ ਨੂੰ ਲੈ ਕੇ ਲੋਕਾਂ ਦੇ ਵਿੱਚ ਜਿਹੜਾ ਡਰ ਹੈਗਾ ਉਹ ਨਹੀਂ ਰਹੂਗਾ ਚੋਣਾਂ ਦੇ ਵਿੱਚ? ਨਹੀਂ, ਇਦਾਂ ਦੀ ਕੋਈ ਗੱਲ ਹੀ ਹੈ ਨਹੀਂ, ਇਦਾਂ ਦਾ ਕੋਈ ਡਰ ਨਹੀਂ ਹੋਊਗਾ। ਖਾਲਿਸਤਾਨ ਦੀ ਚਲੋ ਸਿਮਰਜੀਤ ਸਾਹਿਬ ਮਾਨ ਜੇ ਗੱਲ ਕਰਦੇ ਆ ਤਾਂ ਉਹਨਾਂ ਨੂੰ ਕੋਰਟ ਦੇ ਵਿੱਚੋਂ ਮਨਜ਼ੂਰੀ ਮਿਲੀ ਹੋਈ ਹੈ, ਅਸੀਂ ਆਪਦਾ ਪੱਖ ਰੱਖ ਸਕਦੇ ਹਾਂ ਇਹਦੇ ਵਿੱਚ। ਖਾਲਿਸਤਾਨ ਦੇ ਵਿੱਚ ਕੋਈ ਇਹ ਤਾਂ ਹੈ ਨਹੀਂਗਾ ਵੀ ਕਿਸੇ ਕੋਈ ਵਾਧੂ ਧਰਮ ਦਾ ਬੰਦਾ ਇੱਥੇ ਰਹਿ ਨਹੀਂ ਸਕੂਗਾ। ਜਿਸ ਤਰ੍ਹਾਂ ਇਹ ਹਿੰਦੁਸਤਾਨ ਦੇ ਵਿੱਚ, ਪਾਕਿਸਤਾਨ ਦੇ ਵਿੱਚ ਰਲ ਮਿਲ ਕੇ ਲੋਕ ਰਹਿੰਦੇ ਆ, ਤਾਂ ਖਾਲਿਸਤਾਨ ਦੇ ਵਿੱਚ ਰਹਿਣ 'ਚ ਵੀ ਕੋਈ ਹਰਜ ਨਹੀਂ ਹੈ ਸਾਨੂੰ।